ਵਾਹਿਗੁਰੂ ਸਾਹਿਬ ਜੀ। ਅਨ ਕਾਏ ਰਾਤੜਿਆ ਵਾਟ ਦੋਹੇਲੀ ਰਾਮੋ। ਪਾਪ ਕਮਾਵੰਦਿਆ ਤੇਰਾ ਕੋਏ ਨਾ ਬੇਲੀ ਰਾਮ। ਕੋਏ ਨਾ ਬੇਲੀ ਹੋਵੈ ਤੇਰਾ ਸਦਾ ਪਛੋਤਾਵੇ। ਗੁਣ ਗੋਪਾਲ ਨਾ ਗਾਵੇ ਰਚਨਾ ਰਸਨਾ। ਫਿਰ ਕਦੋਂ ਸੇ ਦੇ ਆਵੇ। ਤਰਵਰ ਵਿਸ਼ੁਨੇ ਨਹਿ ਪਾਤ ਜੁੜਤੇ। ਜਮ ਮਾਗ ਗਉਨ ਅਕੇਲੀ। ਬਿਨਵੰਤ ਨਾਨਕ ਬਿਨ ਨਾਮ ਹਰਿ ਕੇ। ਸਦਾ ਫਿਰਤ ਦੋਹੇਲੀ। ਬਿਨਵੰਤ ਨਾਨਕ ਬਿਨ ਨਾਮ ਹਰਿ ਕੇ। ਸਦਾ ਫਿਰਤ ਦੋਹੇਲੀ। ਦੀਨ ਦਰਦ ਦੁਖ ਭੰਜਨਾ। ਕਾਟ ਕਾਟ ਨਾਥ ਅਨਾਥੋ। ਸਰਨ ਤੁਮਾਰੀ ਆਏ ਨਾਨਕ ਕੇ ਪ੍ਰਭ ਸਾਥ। ਸੁਕਾਓ ਟਲ ਗੁਰ ਸੇਵੀਐ ਐਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮਦੀ ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ। ਅਨਕ ਲੀਲਾ ਰਾਜ ਰਸ ਰੂਪੰ। ਸ਼ਤਰ ਚਮਰ ਤਖਤ ਆਸਨੰ। ਰਚੰਤ ਮੂੜ ਅਗਿਆਨ ਅੰਧੈ। ਨਾਨਕ ਸੁਪਨ ਮਨੋਰਥ ਮਾਇਆ। ਸੁਪਨੇ ਹਬ ਰੰਗ ਮਾਣਿਆ। ਮਿੱਠਾ ਲੱਗੜਾ ਮੋਹ। ਨਾਨਕ ਨਾਮ ਵਿਹੂਣਿਆ। ਸੁੰਦਰ ਮਾਇਆ ਤੋ। ਅਨਕ ਲੀਲਾ ਰਾਜ ਰਸ ਰੂਪੰ। ਸ਼ਤਰ ਚਮਰ ਤਖਤ ਆਸਨੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਨਿਧਾਨ ਸਤਿਗੁਰੂ
ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਹੋ ਰਹੀ ਗੁਰੂ ਕੀ ਸੰਗਤ, ਆਪ ਸੰਗਤ ਨੇ ਗੁਰੂ ਦਰਬਾਰ ਵਿੱਚ ਬੈਠ ਕਰਕੇ ਸਤਿਗੁਰਾਂ ਦੀ ਗੁਰਬਾਣੀ ਕੀਰਤਨ ਔਰ ਪਾਠ ਦੇ ਰੂਪ ਦੇ ਵਿੱਚ ਸਰਵਨ ਕਰਕੇ ਲਾਹੇ ਪ੍ਰਾਪਤ ਕੀਤੇ। ਸਤਿਗੁਰੂ ਜੀ ਇਸ ਵੇਲੇ ਕਿਰਪਾ ਕਰਕੇ ਗੁਰਬਾਣੀ ਦੀ ਕਥਾ ਦੀ ਦਾਤ ਸਾਨੂੰ ਬਖਸ਼ਿਸ਼ ਕਰ ਰਹੇ। ਆਓ ਕੁਝ ਸਮੇਂ ਲਈ ਆਪਣੇ ਮਨ ਦੇ ਧਿਆਨ ਨੂੰ ਟਿਕਾ ਕੇ ਬੜੀ ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਨ ਕਰਕੇ ਮਨੁੱਖਾ ਜਨਮ ਦਾ ਵੱਡਾ ਭਾਰੀ ਲਾਭ ਪ੍ਰਾਪਤ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਮਹਾਨ ਕਿਰਪਾ ਕਰਦਿਆਂ ਹੋਇਆਂ ਇਹ ਜੈਤਸਰੀ ਦੀ ਜੋ ਵਾਰ ਨਾਮ ਦੀ ਬਾਣੀ ਹੈ, ਇਸ ਦਾ ਸਾਨੂੰ 8ਵਾਂ ਸ਼ਲੋਕ ਬਖਸ਼ਿਸ਼ ਕਰ ਰਹੇ ਨੇ। ਸੋ ਗੁਰਮੁਖੋ, 22 ਵਾਰਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਹਾਰਾਜ ਨੇ ਦਰਜ ਕੀਤੀਆਂ। 22 ਵਾਰਾਂ ਦਾ ਅੱਧ ਜਿਹੜਾ ਹੈ ਉਹ 11 ਵਾਰਾਂ ਤੇ ਬਣਦਾ ਹੈ। ਇੱਥੇ 11 ਵਾਰਾਂ ਸੰਪੂਰਨ ਹੋਈਆਂ ਇਸ ਵਾਰ ਦੇ ਨਾਲ। ਇੱਥੇ ਵਾਰਾਂ ਦਾ ਮੱਧ ਲੱਗਾ ਹੈ। ਇਹ ਬਾਣੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਨੇ ਉਚਾਰੀ ਹੈ। ਮਹਾਰਾਜ ਦਾ ਹੁਕਮ ਹੈ, ਜੇ ਕੋਈ ਪੁਰਾਣੀ ਚੜ੍ਹਾਈ ਕਰ ਜਾਵੇ ਤੇ ਪਰਿਵਾਰ ਦੇ ਮੈਂਬਰ ਉਸ ਨੂੰ ਯਾਦ ਕਰ ਕਰਕੇ ਉਸ ਦੇ ਮੋਹ ਦੇ ਵਿੱਚ ਰੋਂਦੇ, ਤੇ ਖਾਲਸੇ ਨੇ ਦੁਸਹਿਰਾ ਮਨਾਉਂਦਿਆਂ ਹੋਇਆਂ 10ਵੇਂ ਦਿਨ ਦਾ ਭੋਗ ਪਾਉਂਦਿਆਂ ਹੋਇਆਂ ਇਸ ਬਾਣੀ ਦੀ ਕਥਾ ਕਰਨੀ ਹੈ। 20 ਸ਼ਲੋਕ ਮਹਾਰਾਜ ਨੇ ਇਸ ਬਾਣੀ ਦੇ ਬਖਸ਼ੇ ਨੇ। 2 ਸ਼ਲੋਕ ਰੋਜ਼ ਸਰਵਨ ਕਰਨੇ। ਇਹ ਬਾਣੀ ਜਿਹੜੀ ਹੈ ਮੋਹ ਤੋਂ, ਮਮਤਾ ਤੋਂ, ਪਦਾਰਥਾਂ ਦੇ ਲੋਭ ਤੋਂ ਛਡਾਉਂਦੀ ਹੈ। ਇਸ ਬਾਣੀ ਦੇ 7 ਸ਼ਲੋਕ ਆਪਾਂ ਪਹਿਲਾਂ ਸਰਵਨ ਕਰ ਚੁੱਕੇ ਹਾਂ। ਇੱਥੇ ਮਹਾਰਾਜ ਜੀ ਅੱਜ 8ਵਾਂ ਸ਼ਲੋਕ ਬਖਸ਼ਿਸ਼ ਕਰਦੇ। ਕੁੱਲ 20 ਸ਼ਲੋਕ ਨੇ। ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ, ਅਨੇਕ ਲੀਲਾ ਰਾਜ ਰਸ ਰੂਪੰ। ਮਹਾਰਾਜ ਕਹਿਣ ਲੱਗੇ, ਸੋਹਣਾ ਰੂਪ ਬਣਾ ਕੇ, ਫੱਬ ਕੇ, ਸੋਹਣਾ ਬਣ ਕੇ, ਰਾਜ ਰਸ, ਰਾਜਿਆਂ ਦੇ ਵਾਂਗ ਰਾਜ ਦਾ ਰਸ ਲੈ ਲਵੇ, ਰਾਜ ਦਾ ਸਵਾਦ ਲਵੇ, ਗੱਦੀ ਤੇ ਬੈਠ ਜਾਵੇ। ਅਨੇਕ ਲੀਲਾ, ਤੇ ਕਈ ਤਰ੍ਹਾਂ ਦੀਆਂ ਰਾਜਿਆਂ ਵਾਲੀਆਂ ਲੀਲਾ ਵੀ ਕਰੇ। ਜਿਵੇਂ ਰਾਜੇ ਕਰਦੇ ਨਾ, ਕਦੇ ਹਾਥੀ ਦੀ ਸਵਾਰੀ ਕਰਨੀ, ਕਦੇ ਘੋੜੇ ਦੀ ਸਵਾਰੀ ਕਰਨੀ, ਇਹ ਵੀ ਇੱਕ ਲੀਲਾ ਹੀ ਹੈ ਨਾ, ਮੌਜ ਕਰਨੀ। ਕਦੇ ਰਾਜੇ ਜਾ ਕੇ ਜੰਗਲਾਂ ਵਿੱਚ ਸ਼ਿਕਾਰ ਕਰਦੇ, ਕਦੇ ਕਿਸੇ ਨੂੰ ਡੰਡ ਦਿੰਦੇ, ਕਦੇ ਕਿਸੇ ਨੂੰ ਮਾਫ ਕਰਦੇ, ਕਦੇ ਨਿਰਤਕਾਰੀਆਂ ਵੇਖਦੇ ਤੇ ਕਦੇ ਤਰ੍ਹਾਂ ਤਰ੍ਹਾਂ ਦੇ ਭੋਜਨ ਛਕਦੇ। ਰਾਜਿਆਂ ਦੀਆਂ ਲੀਲਾ ਹੀ ਨੇ, ਮੌਜਾਂ ਹੀ ਨੇ ਉਹਨਾਂ ਦੀਆਂ। ਮਹਾਰਾਜ ਕਹਿਣ ਲੱਗੇ, ਰਾਜਿਆਂ ਦੇ ਵਾਂਗ ਲੀਲਾ ਕਰੇ, ਮੌਜਾਂ ਕਰੇ, ਕੌਤਕ ਕਰੇ। ਰਾਜ ਰਸ ਰੂਪੰ, ਸੋਹਣਾ ਰੂਪ ਬਣਾ ਕੇ ਰਾਜਿਆਂ ਦੇ ਵਾਂਗ ਰਸ ਲਵੇ, ਸਵਾਦ ਲਵੇ ਜ਼ਿੰਦਗੀ ਦੇ। ਐਸਾ ਵੀ ਭਾਵੇਂ ਬਣ ਜਾਵੇ। ਪਰ ਮਹਾਰਾਜ ਕਹਿਣ ਲੱਗੇ, ਬਚਨ ਗੁਰਮੁਖਾ ਇਹ ਹੈ ਕਿ ਇਹ ਜਿਹੜੀ ਮਾਇਆ ਹੈ ਨਾ, ਇਸ ਨੇ ਤੇਰੇ ਨਾਲ ਫਿਰ ਵੀ ਧੋਖਾ ਹੀ ਕਰਨਾ ਹੈ। ਨਾਨਕ ਸੁਪਨ ਮਨੋਰਥ ਮਾਇਆ। ਇਹ ਸੁਪਨੇ ਦੇ ਵਾਂਗ ਮਾਇਆ, ਜਿਵੇਂ ਸੁਪਨਾ ਜਾਗ ਆਈ ਹੈ ਤੇ ਸੁਪਨਾ ਟੁੱਟਿਆ। ਇੱਕ ਦਿਨ ਸਮਾਂ ਆਵੇਗਾ ਜਦੋਂ ਮਾਇਆ ਦੀ ਨੀਂਦ ਵਿੱਚੋਂ ਉੱਠੇਗਾ, ਇਹ ਦੁਨੀਆ ਦਾ ਸੁਪਨਾ ਵੀ ਟੁੱਟ ਜਾਏਗਾ।
ਸਤਿਗੁਰੂ ਜੀ ਇੱਥੇ ਇੱਕ ਹੋਰ ਅਰਥ ਸਾਨੂੰ ਬਖਸ਼ਿਸ਼ ਕਰਦੇ ਹਨ। ਛਤਰ ਚਮਰ ਤਖਤ ਆਸਨੰ ਦੁਬਾਰਾ ਭਗਤੀ ਬੋਲੋ। ਅਨਕ ਲੀਲਾ ਰਾਜ ਰਸ ਰੂਪੰ। ਮਹਾਰਾਜ ਬਖਸ਼ਿਸ਼ ਕਰਦੇ ਜਿਹੜੇ 5 ਤਰ੍ਹਾਂ ਦੇ ਰਸ ਨੇ, ਸ਼ਬਦ, ਸਪਰਸ਼, ਰੂਪ, ਰਸ ਤੇ ਗੰਧ। ਇਹ 5 ਰਸ ਨੇ ਜਿਹੜੇ ਜ਼ਿੰਦਗੀ ਵਿੱਚ ਲੋਕ ਲੈਂਦੇ। ਸ਼ਬਦ ਤੋਂ ਭਾਵ ਹੈ ਗੁਰਮੁਖੋ ਬੋਲ ਕੇ ਸਵਾਦ ਵਾਲੀਆਂ ਗੱਲਾਂ ਕਿਸੇ ਨੂੰ ਸੁਣਾਉਣੀਆਂ, ਜਾਂ ਕਿਸੇ ਦੀਆਂ ਗੱਲਾਂ ਨੂੰ ਆਪ ਸੁਣਨਾ, ਗੱਲਾਂ ਵਿੱਚੋਂ ਸਵਾਦ ਲੈਣਾ। ਕਈਆਂ ਬੰਦਿਆਂ ਨੂੰ ਕੰਨ ਰਸ ਹੁੰਦਾ ਨਾ, ਘਰ ਦਾ ਕੰਮ ਪਿਆ ਰਵੇ ਪਰ ਗੱਲਾਂ ਨਹੀਂ ਛੱਡ ਸਕਦੇ। ਜਿੰਨਾ ਚਿਰ ਕੋਈ ਸੁਣਾਉਣ ਵਾਲਾ, ਸੁਣਨ ਵਾਲਾ ਬੈਠਾ ਜਾਂ ਖਲੋਤਾ ਨਾਲ ਹੈ, ਲੱਗੇ ਰਹਿਣਗੇ, ਬੋਲੀ ਜਾਣਗੇ। ਇਹ ਵੀ ਇੱਕ ਰਾਸ ਹੈ ਦੁਨੀਆ ਦਾ, ਸ਼ਬਦਾਂ ਦਾ ਸੁਣਨਾ, ਸ਼ਬਦਾਂ ਦਾ ਕਹਿਣਾ। ਸ਼ਬਦ ਗੁਰਬਾਣੀ ਦਾ ਨਹੀਂ, ਦੁਨਿਆਵੀ ਗੱਲਾਂ, ਵਕਾਰੀ ਗੱਲਾਂ। ਮਹਾਰਾਜ ਕਹਿਣ ਲੱਗੇ ਇਹ ਵੀ ਇੱਕ ਰਸ ਹੈ। ਗੱਲਾਂ ਨੂੰ ਸੁਣਦੇ ਰਹਿਣਾ, ਗੱਲਾਂ ਨੂੰ ਕਹਿੰਦੇ ਰਹਿਣਾ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਵੀ ਵਕਾਰ ਪੈਦਾ ਕਰਨ ਵਾਲੇ ਗੰਦੇ ਮੰਦੇ ਗੀਤ ਸੁਣਨੇ, ਜਾਂ ਗੰਦੇ ਮੰਦੇ ਗੀਤਾਂ ਨੂੰ ਗੁਣਗੁਣਾਉਣਾ, ਆਪ ਗਾ ਕੇ ਕਿਸੇ ਨੂੰ ਸੁਣਾਉਣਾ। ਇਹ ਵੀ ਇਹ ਰਸ ਲੈਂਦਾ ਪਿਆ ਸ਼ਬਦ। ਤੇ ਦੂਜਾ ਹੈ ਸਪਰਸ਼। ਸਪਰਸ਼ ਤੋਂ ਭਾਵ ਹੁੰਦਾ ਕਿਸੇ ਨੂੰ ਛੂਹਣਾ। ਜਿਵੇਂ ਸਾਡਾ ਕੋਈ ਆਪਣਾ ਹੀ ਸਨੇਹੀ ਹੋਵੇ ਨਾ, ਮਾਂ ਆਪਣੇ ਪੁੱਤਰ ਨੂੰ ਗੱਲ ਲਾਉਂਦੀ ਹੈ, ਆਖਦੀ ਠੰਡ ਪੈ ਗਈ ਹੈ। ਬਾਪ ਆਪਣੇ ਪੁੱਤਰ ਨੂੰ ਗਲੇ ਲਾਉਂਦਾ, ਆਖਦਾ ਮੈਨੂੰ ਤੇ ਚੈਨ ਆ ਗਿਆ। ਇਹ ਮੋਹ ਦਾ ਸਪਰਸ਼ ਹੈ। ਦੁਨੀਆ ਤੇ ਬੜੀ ਤੁਰੀ ਫਿਰਦੀ ਹੈ, ਪਰ ਆਪਣੇ ਪੁੱਤਰ ਨੂੰ ਹੀ ਗਲੇ ਲਾਇਆ ਤਾਂ ਬੜਾ ਸਵਾਦ ਆਇਆ, ਬੜਾ ਚੰਗਾ ਲੱਗਾ। ਕਿਸੇ ਆਪਣੇ ਦਾ ਸਪਰਸ਼ ਕਰਨਾ, ਆਪਣੇ ਅੰਗਾਂ ਦੇ ਨਾਲ ਲਾਉਣਾ, ਆਪਣੇ ਗਲ ਦੇ ਨਾਲ ਲਾਉਣਾ, ਇਹ ਵੀ ਇੱਕ ਰਸ ਹੈ। ਦੁਨੀਆ ਭਾਵੇਂ ਸਾਡੇ ਸੱਜੇ ਖੱਬੇ ਕਿੰਨੇ ਵੀ ਵੱਸਦੀ ਹੈ, ਪਰ ਉਹਨਾਂ ਦੇ ਨਾਲ ਗੱਲਬਾਤ ਕਰਨੀ, ਉਹਨਾਂ ਦੇ ਕੋਲ ਬੈਠਣਾ, ਉਹਨਾਂ ਦੇ ਗਲੇ ਲੱਗਣਾ ਕੋਈ ਸਵਾਦ ਨਹੀਂ ਹੈ। ਸਵਾਦ ਉੱਥੇ ਆਵੇਗਾ ਜਿੱਥੇ ਤੁਹਾਡਾ ਮੋਹ ਹੈ। ਪੁੱਤਰ ਹੈ, ਧੀ ਹੈ, ਪਰਿਵਾਰ ਹੈ, ਬੱਚੇ ਹੈ, ਰਿਸ਼ਤੇਦਾਰ ਦੂਰ ਬੈਠੇ ਉਡੀਕਦੇ ਰਹਿੰਦੇ ਕਦੋਂ ਆਏ ਤੇ ਗੱਲ ਲੱਗ ਕੇ ਮਿਲੇ। ਉਹ ਮਿਲਣ ਦਾ ਵੱਖਰਾ ਆਨੰਦ ਹੈ। ਜਾਂ ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਆ, ਜਵਾਨੀ ਵਿੱਚ ਪੈਰ ਰੱਖਿਆ, ਬਿਰਤੀ ਵਕਾਰੀ ਹੋਈ ਹੈ। ਵਕਾਰ ਦੇ ਸਹਿਤ ਹੋ ਕੇ ਦੂਸਰੇ ਸਰੀਰਾਂ ਦੇ ਨਾਲ ਸਪਰਸ਼ ਕਰਦਾ, ਦੂਸਰੇ ਤਨ ਨੂੰ ਛੂੰਹਦਾ ਹੈ, ਪਰਾਏ ਸਰੀਰ ਨੂੰ ਆਪਣੇ ਗਲ ਲਾਉਂਦਾ ਹੈ। ਇਹ ਦੁਨੀਆ ਦਾ ਇਹ ਵੀ ਇੱਕ ਰਸ ਹੈ। ਇਸ ਨੂੰ ਕਿਹਾ ਜਾਂਦਾ ਸਪਰਸ਼। ਸ਼ਬਦ ਤੇ ਸਪਰਸ਼ ਇਹ ਦੋਵੇਂ ਰਸ ਭੋਗ ਲੈ ਨੇ, ਦੋਨੇ ਰਸ ਮਾਣ ਲੈ, ਸਵਾਦ ਲੈ ਲਿਆ। ਤੇ ਤੀਜਾ ਹੈ ਸ਼ਬਦ, ਸਪਰਸ਼, ਰੂਪ। ਆਪਣੇ ਆਪ ਦਾ ਰੂਪ ਸੋਹਣਾ ਬਣਾਉਣਾ, ਹਾਰ ਸ਼ਿੰਗਾਰ ਕਰਨਾ, ਫੱਬ ਜਾਣਾ, ਟੌਰ ਕੱਢ ਲੈਣੀ। ਜਿਹੋ ਜਿਹਾ ਸਰੀਰ ਹੈ ਪਰਮਾਤਮਾ ਨੇ ਦਿੱਤਾ, ਉਹਦੇ ਉੱਪਰ ਹੋਰ ਸੁੰਦਰਤਾਈ ਉਸ ਨੂੰ ਬਣਾਉਣੀ, ਸ਼ਿੰਗਾਰ ਕਰਕੇ, ਗਹਿਣਾ ਪਾ ਕੇ, ਤੇ ਫਿਰ ਦੁਨੀਆ ਨੂੰ ਸੋਹਣਾ ਰੂਪ ਬਣਾ ਕੇ ਦਿਖਾਉਣਾ। ਤੇ ਦੁਨੀਆ ਇਹ ਗੱਲ ਕਵੇ ਵੀ ਹਾਂ ਬੜਾ ਸੋਹਣਾ ਤੈਨੂੰ ਰੂਪ ਚੜ੍ਹਿਆ ਹੈ। ਇਹ ਵੀ ਇੱਕ ਦੁਨੀਆ ਦਾ ਰਸ ਹੈ, ਇਹ ਵੀ ਇੱਕ ਦੁਨੀਆ ਦਾ ਸਵਾਦ ਹੈ। ਜਵਾਨੀ ਦੇ ਵਿੱਚ ਵਿਅਕਤੀ ਇਸ ਰਸ ਨੂੰ ਵੀ ਲੈਂਦਾ ਹੈ, ਆਪਣੇ ਆਪ ਦੇ ਤਨ ਦੇ ਸਰੀਰ ਦੇ ਸ਼ਿੰਗਾਰ ਕਰਦਾ ਹੈ। ਮਹਿੰਗੇ ਕੱਪੜੇ, ਮਹਿੰਗੀ ਜੁੱਤੀ, ਮਹਿੰਗੇ ਹਾਰ ਸ਼ਿੰਗਾਰ, ਮਹਿੰਗੇ ਖਾਣੇ ਪੀਣੇ ਪਦਾਰਥ, ਇਹਨਾਂ ਰਸਾਂ ਨੂੰ ਵੀ ਲੈਂਦਾ ਹੈ। ਸੋਹਣਾ ਰੂਪ ਬਣਾ ਲੈਣਾ, ਸੋਹਣੇ ਲੱਗਣਾ, ਦੁਨੀਆ ਕੋਲੋਂ ਕਹਾਉਣਾ ਕਿ ਮੈਂ ਬੜਾ ਸੋਹਣਾ ਲੱਗਦਾ ਹਾਂ, ਇਹ ਵੀ ਇੱਕ ਰਸ ਹੈ। ਸ਼ਬਦ, ਸਪਰਸ਼, ਰੂਪ ਤੇ ਚੌਥਾ ਬਚਨ ਹੈ ਰਸ। ਰਸ ਲੈਣਾ ਪਦਾਰਥਾਂ ਦਾ। ਆਹ ਵਸਤੂ ਤੇ ਪਹਿਲਾਂ ਖਾਧੀ ਹੈ ਪਰ ਆਹ ਨਹੀਂ ਖਾਧੀ, ਇਹ ਹੁਣ ਮੈਂ ਖਾ ਕੇ ਵੇਖਾਂਗਾ। ਫਲਾਣੇ ਦੇਸ਼ ਦੇ ਵਿੱਚ, ਫਲਾਣੇ ਇਲਾਕੇ ਵਿੱਚ ਆਹ ਵਸਤੂ ਬੜੀ ਮਿੱਠੀ ਤੇ ਸਵਾਦ ਹੈ, ਮੈਂ ਉੱਥੇ ਖਾਣ ਵਾਸਤੇ ਜਾਵਾਂਗਾ। ਫਿਰ ਉਸ ਚੀਜ਼ ਨੂੰ ਪੂਰਾ ਰਸ ਲੈ ਲੈ ਕੇ ਖਾਣਾ, ਸਵਾਦ ਲੈ ਲੈ ਕੇ।
ਮਹਾਰਾਜ ਕਹਿਣ ਲੱਗੇ ਦੁਨੀਆ ਦੇ ਰਸ ਵੀ ਲੈ ਲੈ, ਦੁੱਧ ਦਾ ਸਵਾਦ ਵੱਖਰਾ, ਲੱਸੀ ਦਾ ਵੱਖਰਾ, ਦਹੀਂ ਦਾ ਰਸ ਸਵਾਦ ਵੱਖਰਾ, ਗੰਨੇ ਦੇ ਰਸ ਦਾ ਸਵਾਦ ਵੱਖਰਾ। ਇਹ ਦੁਨੀਆ ਦੇ ਰਸ ਖਾ ਖਾ ਕੇ ਉਹਨਾਂ ਦੇ ਸਵਾਦ ਲੈਂਦਾ ਪਿਆ। ਸ਼ਬਦ, ਸਪਰਸ਼, ਰੂਪ ਤੇ ਰਸ, ਇਹ ਚੌਥਾ ਰਸ ਹੈ। ਆਪਣੀ ਜ਼ੁਬਾਨ ਦੇ ਨਾਲ ਪਦਾਰਥਾਂ ਨੂੰ ਛਕਣਾ, ਇਹ ਵੀ ਰਸ ਲੈ ਲਿਆ। ਤੇ ਪੰਜਵਾਂ ਰਸ ਮਹਾਰਾਜ ਕਹਿਣ ਲੱਗੇ ਗੰਧ। ਗੰਧ ਤੋਂ ਭਾਵ ਹੁੰਦਾ ਗੁਰਮੁਖੋ ਸੁਗੰਧੀ। ਕੰਨਾਂ ਅੱਖਾਂ ਦੇ ਨਾਲ ਸੋਹਣੇ ਰੂਪ ਦੇਖਦਾ, ਨੱਕ ਦੇ ਨਾਲ ਸੁਗੰਧੀ ਲੈਂਦਾ ਹੈ। ਕਦੇ ਫੁੱਲਾਂ ਦੀ ਸੁਗੰਧੀ ਹੈ, ਕਦੇ ਅਤਰ ਦੀ ਸੁਗੰਧੀ ਹੈ, ਕਦੇ ਸੈਂਟ ਦੀ ਸੁਗੰਧੀ ਹੈ। ਇਹ ਮੇਰੇ ਤਨ ਨੂੰ, ਮੇਰੇ ਬਦਨ ਨੂੰ ਲੱਗੇਗਾ ਤੇ ਕਿਹੋ ਜੀ ਸੁਗੰਧੀ ਆਏਗੀ, ਇਹਦੇ ਵਿੱਚ ਵੀ ਲੱਗਾ ਹੋਇਆ। ਇਹ 5 ਤਰ੍ਹਾਂ ਦੇ ਰਸ ਨੇ। ਵੈਸੇ ਇਹ 5 ਰਸ 5 ਜੂਨਾਂ ਨੇ ਲਏ ਨੇ, ਵੱਖ-ਵੱਖ ਜੂਨਾਂ ਨੇ, ਪਰ ਜਿਨ੍ਹਾਂ ਨੇ ਉਹ 5 ਰਸ ਲਏ ਉਹ 5 ਜੂਨਾਂ ਖਤਮ ਹੋ ਗਈਆਂ। ਜਿਵੇਂ ਸ਼ਬਦ ਹੈ ਨਾ, ਸ਼ਬਦ ਕੌਣ ਸੁਣਦਾ? ਹਿਰਨ ਸੁਣਦਾ। ਘੰਡੇ ਹੇੜੇ ਦਾ ਸ਼ਬਦ ਸੁਣਿਆ, ਹਿਰਨ ਫੜਿਆ ਗਿਆ। ਸਪਰਸ਼, ਸਪਰਸ਼ ਤੋਂ ਭਾਵ ਹੁੰਦਾ ਛੂਹਣਾ। ਜਿਵੇਂ ਹਾਥੀ ਹੈ, ਹਾਥੀ ਨੂੰ ਫੜਿਆ ਜਾਂਦਾ ਹੈ, ਉਸ ਨੂੰ ਨਕਲੀ ਹੱਥਨੀ ਵਿਖਾ ਕੇ ਉਸ ਨੂੰ ਫੜ ਲਿਆ ਜਾਂਦਾ, ਕਿਉਂਕਿ ਉਹਨੂੰ ਸਪਰਸ਼ ਦਾ ਰਸ ਹੈ। ਤੇ ਤੀਜਾ ਮਹਾਰਾਜ ਨੇ ਬਚਨ ਕੀਤਾ ਰੂਪ। ਇਹ ਵਿਕਾਰ ਜਿਹੜਾ ਹੈ ਨਾ, ਇਹ ਜਿਹੜੇ ਬਲਬ ਦੇ ਦੁਆਲੇ, ਲਾਈਟ ਦੇ ਦੁਆਲੇ ਹਰ ਵੇਲੇ ਚੱਕਰ ਕੱਢਦੇ ਰਹਿੰਦੇ, ਰੌਸ਼ਨੀ ਵੇਖਦੇ ਰਹਿੰਦੇ ਜੀਵ, ਇਹ ਉਹਨਾਂ ਨੂੰ ਵਿਕਾਰ, ਵੀ ਵਿਚਾਰੇ ਸੜ ਜਾਂਦੇ ਬਲਬ ਦੇ ਨਾਲ। ਤੇ ਰਸ ਲੈਣਾ, ਰਸ ਕਹੀਏ ਸਵਾਦ ਲੈਣਾ, ਇਹ ਮੱਛੀ ਨੂੰ ਹੈ। ਮੱਛੀ ਮੂੰਹ ਦੇ ਵਿੱਚ ਮਾਸ ਦੇ ਟੁਕੜੇ ਦਾ ਰਸ ਲੈਣਾ ਚਾਹੁੰਦੀ ਹੈ, ਕੁੰਡੀ ਵਿੱਚ ਫਸ ਜਾਂਦੀ ਹੈ। ਤੇ ਗੰਧ ਨਾਮ ਸੁਗੰਧੀ ਦਾ, ਇਹ ਭੌਰਾ ਲੈਂਦਾ ਹੈ। ਫੁੱਲਾਂ ਦੀ ਸੁਗੰਧੀ, ਵਿਚਾਰਾ ਫੁੱਲਾਂ ਵਿੱਚ ਹੀ ਫਸ ਗਿਆ। ਇਹ 5 ਜੂਨਾਂ ਨੇ। ਹਾਥੀ ਹੈ, ਹਿਰਨ ਹੈ, ਪਤੰਗਾ ਹੈ, ਭੌਰਾ ਹੈ, ਅਤੇ ਇਸੇ ਤਰ੍ਹਾਂ ਇਹ 5 ਜੂਨਾਂ ਨੇ ਜਿਹੜੀਆਂ ਵੱਖ-ਵੱਖ ਰਸ ਲੈਂਦੀਆਂ। ਤੇ 5 ਹੀ ਫੜੀਆਂ ਗਈਆਂ। ਭੌਰਾ ਫੁੱਲ ਵਿੱਚ ਫੜਿਆ ਗਿਆ, ਪਤੰਗਾ ਬਲਬ ਦੇ ਨਾਲ ਸੜ ਗਿਆ, ਹਾਥੀ ਟੋਏ ਵਿੱਚ ਡਿੱਗਣ ਕਰਕੇ ਫਸ ਗਿਆ, ਹਿਰਨ ਜਿਹੜਾ ਹੈ ਘੰਡੇ ਹੇੜੇ ਦਾ ਸ਼ਬਦ ਸੁਣਦਿਆਂ ਸੁਣਦਿਆਂ ਕੈਦ ਕਰਵਾ ਲੈਂਦਾ, ਮੱਛੀ ਜਿਹੜੀ ਹੈ ਮਾਸ ਦਾ ਟੁਕੜਾ ਖਾਣ ਵਾਸਤੇ ਆਪ ਕੁੰਡੀ ਵਿੱਚ ਫਸ ਜਾਂਦੀ ਹੈ। ਪਰ ਇਹ ਜਿਹੜੇ 5 ਰਸ ਨੇ ਇਹ ਇਕੱਲੇ ਮਨੁੱਖ ਨੂੰ ਹੀ ਲੱਗੇ ਹੋਏ ਨੇ, ਤੇ ਫਿਰ ਮਨੁੱਖ ਕਿਵੇਂ ਨਹੀਂ ਫਸੇਗਾ? ਮਹਾਰਾਜ ਕਹਿਣ ਲੱਗੇ ਅਨਕ ਲੀਲਾ ਰਾਜ ਰਸ ਰੂਪੰ। ਸੋਹਣਾ ਰੂਪ ਬਣਾ ਕੇ ਇਹ 5 ਤਰ੍ਹਾਂ ਦੇ ਰਸ ਲੈਂਦਾ ਹੈ। ਸ਼ਬਦ, ਸਪਰਸ਼, ਰੂਪ, ਰਸ ਤੇ ਗੰਧ। ਤੇ ਫਿਰ ਰਾਜਿਆਂ ਵਾਲੀ ਲੀਲਾ ਕਰਦਾ ਹੈ। ਅਨਕ ਲੀਲਾ, ਕਈ ਤਰ੍ਹਾਂ ਦੇ ਕੌਤਕ ਰਚਾਉਂਦਾ, ਕਦੇ ਬਣਾਉਂਦਾ, ਕਦੇ ਢਾਉਂਦਾ, ਕਦੇ ਮਨਾਉਂਦਾ, ਕਦੇ ਰਸਾਉਂਦਾ ਹੈ। ਇਸ ਤਰ੍ਹਾਂ ਦੀਆਂ ਲੀਲਾ ਕਰਦਾ ਹੈ। ਸ਼ਤਰ ਚਮਨ ਤਖਤ ਆਸਨੰ। ਮਹਾਰਾਜ ਕਹਿਣ ਲੱਗੇ ਤਖਤ ਤੇ ਅਸਥਿਤ ਹੋ ਗਿਆ, ਤਖਤ ਮਿਲ ਗਿਆ, ਕੁਰਸੀ ਮਿਲ ਗਈ ਹੈ, ਗੱਦੀ ਮਿਲ ਗਈ ਹੈ। ਕੁਰਸੀ ਗੱਦੀ ਤੇ ਬੈਠ ਕੇ ਸੇਵਾਦਾਰਾਂ ਨੂੰ ਆਖਦਾ ਮੇਰੇ ਸਿਰ ਦੇ ਉੱਪਰ ਛਤਰ ਕਰੋ। ਦੂਜੇ ਸੇਵਾਦਾਰ ਨੂੰ ਆਖਦਾ ਮੇਰੇ ਸਿਰ ਤੇ ਚੌਰ ਕਰੋ। ਸਿਰ ਤੇ ਚੌਰ ਵੀ ਕਰਵਾਉਂਦਾ, ਸਿਰ ਤੇ ਤਖਤ ਵੀ ਲਾਉਂਦਾ, ਤਖਤ ਦੇ ਉੱਪਰ ਬੈਠਦਾ ਵੀ ਹੈ, ਸਿਰ ਤੇ ਛਤਰ ਵੀ ਫਰਾਉਂਦਾ ਹੈ। ਇਹ ਸਾਰੇ ਰਸ ਇਸ ਨੇ ਭੋਗੇ ਹਨ, ਬਣਾਏ ਹਨ। ਰਚੰਤ ਮੂੜ ਅਗਿਆਨ ਅੰਧਾ। ਮਹਾਰਾਜ ਕਹਿਣ ਲੱਗੇ ਇਹ ਮੂਰਖ ਤੇ ਅੰਨਾ, ਇਹ ਜਿਹੜਾ ਅਗਿਆਨੀ ਜੀਵ ਹੈ, ਅਗਿਆਨਤਾ ਵਿੱਚ ਲੱਗਣ ਕਰਕੇ, ਬੇਸਮਝੀ ਵਿੱਚ ਲੱਗਣ ਕਰਕੇ, ਬੇਖਬਰੀ ਵਿੱਚ ਲੱਗਣ ਕਰਕੇ, ਨਾਨਕ ਸੁਪਨ ਮਨੋਰਥ ਮਾਇਆ। ਮਾਇਆ ਹੈ ਨਾ ਗੁਰਮੁਖਾ, ਇਹ ਸੁਪਨੇ ਦੇ ਵੱਤ ਹੈ। ਜਿੰਨਾ ਚਿਰ ਸੁੱਤਾ ਉਹਨਾਂ ਚਿਰ ਸੁਪਨਾ ਹੈ, ਜਿੰਨਾ ਚਿਰ ਪਦਾਰਥਾਂ ਵਿੱਚ ਪਿਆ ਹੋਇਆ ਉਹਨਾਂ ਚਿਰ ਮਾਇਆ ਹੈ। ਇਹ ਮਾਇਆ ਜਿਹੜੀ ਸੁਪਨੇ ਦੇ ਵੱਤ ਹੈ, ਇਹ ਨਾਸ ਹੋ ਜਾਣ ਵਾਲੀ, ਛੱਡ ਜਾਣ ਵਾਲੀ ਹੈ। ਸੁਪਨੇ ਹੱਬ ਰੰਗ ਮਾਣਿਆ। ਮਹਾਰਾਜ ਕਹਿਣ ਲੱਗੇ ਸੁਪਨੇ ਦੇ ਵਾਂਗ ਹੱਬ ਰੰਗ ਮਾਣਿਆ, ਸਾਰੇ ਆਨੰਦ ਭੋਗੇ। ਜਿਵੇਂ ਸੁਪਨੇ ਦੇ ਵਿੱਚ ਕੋਈ ਰਾਜਾ ਬਣ ਜਾਵੇ,
ਸੁਪਨੇ ਵਿੱਚ ਹੀ ਹੁਕਮ ਚੱਲਦੇ, ਸੁਪਨੇ ਵਿੱਚ ਹੀ ਸਲਾਮਾਂ ਹੁੰਦੀਆਂ, ਸੁਪਨੇ ਵਿੱਚ ਹੀ ਬੜੇ ਬੜੇ ਪਦਾਰਥ ਛਕਦਾ ਪਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਵੇਂ ਸੁਪਨੇ ਵਿੱਚ ਸਲਾਮਾਂ ਕਰਵਾਈਆਂ, ਸੁਪਨੇ ਵਿੱਚ ਪਦਾਰਥ ਛਕੇ, ਇਹ ਤੇਰੀ ਜ਼ਿੰਦਗੀ ਵੀ ਇੱਕ ਸੁਪਨਾ ਹੀ ਹੈ। ਇਹਦੇ ਵਿੱਚ ਤੂੰ ਰਸ ਲੈਂਦਾ ਪਿਆ, ਕਦੇ ਗੱਦੀ ਮਿਲ ਜਾਂਦੀ ਹੈ, ਕਦੇ ਗੱਦੀ ਚਲੇ ਜਾਂਦੀ ਹੈ, ਕਦੇ ਨੌਕਰੀ ਮਿਲ ਗਈ, ਕਦੇ ਚਲੇਗੀ, ਕਦੇ ਸੁੱਖ ਮਿਲ ਗਿਆ, ਕਦੇ ਦੁੱਖ ਮਿਲ ਗਿਆ। ਸੁਪਨੇ ਹੱਬ ਰੰਗ ਮਾਣਿਆ, ਸੁਪਨੇ ਦੇ ਵਿੱਚ ਸਾਰੇ ਰੰਗ ਮਾਣਦਾ, ਸਾਰੇ ਰਸ ਸੁਪਨੇ ਦੇ ਵਾਂਗ ਇਸ ਜੀਵਨ ਦੇ ਵਿੱਚ ਸਾਰੇ ਰਸ ਮਾਣਦਾ, ਸਵਾਦ ਲੈਂਦਾ। ਐਸੀ ਇਸ ਨੂੰ ਦਾਤ ਮਿਲਦੀ ਹੈ। ਫਿਰ ਮਹਾਰਾਜ ਬਖਸ਼ਿਸ਼ ਕਰਦੇ ਹਨ, ਸੁਪਨਾ ਹਬ ਰੰਗ ਮਾਣਿਆ। ਉਹ ਇਹ ਸੰਸਾਰ ਵੀ ਸੁਪਨਾ ਹੀ ਹੈ। ਬਚਨ ਹੈ ਨਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀਆਂ ਦਾ, ਕਹਿਣ ਲੱਗੇ ਇਹ ਸੰਸਾਰ ਸੁਪਨਾ ਹੈ। ਇਹ ਸੰਸਾਰ ਵਿੱਚ ਆ ਕੇ ਕਈ ਸੁਪਨੇ ਸਜਾਉਂਦਾ ਹੈ, ਕਈ ਸੁਪਨੇ ਪੂਰੇ ਵੀ ਹੁੰਦੇ। ਮੈਨੂੰ ਜ਼ਿੰਦਗੀ ਵਿੱਚ ਆ ਮਿਲ ਜਾਵੇ, ਇਸ ਵਸਤੂ ਦੀ ਪ੍ਰਾਪਤੀ ਹੋ ਜਾਵੇ, ਹੁੰਦੀ ਵੀ ਹੈ। ਮਹਾਰਾਜ ਕਹਿਣ ਲੱਗੇ ਇਹ ਸੰਸਾਰ ਸੁਪਨੇ ਵਤ ਹੈ। ਇਹਦੇ ਵਿੱਚ ਆ ਕੇ ਕਈ ਤਰ੍ਹਾਂ ਦੇ ਆਨੰਦ ਮਾਣਦਾ ਹੈ, ਕਈ ਤਰ੍ਹਾਂ ਦੇ ਆਨੰਦ ਭੋਗਦਾ ਹੈ। ਮਿੱਠਾ ਲੱਗਣਾ ਮੋਹ, ਕਿਉਂਕਿ ਮਾਇਆ ਦਾ ਮੋਹ ਇਸ ਨੂੰ ਬੜਾ ਮਿੱਠਾ ਲੱਗਾ। ਮਾਇਆ ਬੜੀ ਮਿੱਠੀ ਲੱਗੀ ਹੋਈ ਹੈ, ਚੰਗੀ ਲੱਗੀ ਹੋਈ ਹੈ। ਮਾਇਆ ਦੇ ਮੋਹ ਨੂੰ ਛੱਡ ਨਹੀਂ ਪਾ ਰਿਹਾ, ਉਸ ਤੋਂ ਦੂਰ ਨਹੀਂ ਹੋ ਪਾ ਰਿਹਾ, ਕਿਉਂਕਿ ਉਹਦਾ ਮੋਹ ਹੀ ਇੰਨਾ ਚੰਗਾ ਹੈ ਕਿ ਉਸ ਮੋਹ ਨੂੰ ਛੱਡਿਆ ਨਹੀਂ ਜਾ ਸਕਦਾ ਹੈ। ਨਾਨਕ ਨਾਮ ਵਿਹੋਣੀਆਂ ਸੁੰਦਰ ਮਾਇਆ ਧਰੋਹ। ਮਹਾਰਾਜ ਕਹਿਣ ਲੱਗੇ ਮਾਇਆ ਜਿਹੜੀ ਬੜੀ ਸੁੰਦਰ ਹੈ ਨਾ, ਹੈ ਬੜੀ ਸੋਹਣੀ ਹੈ ਮਾਇਆ, ਕਿਉਂਕਿ ਸੁਪਨੇ ਬੜੇ ਸੋਹਣੇ ਸੋਹਣੇ ਵਿਖਾਉਂਦੀ ਹੈ। ਐਸੇ ਸੁਪਨੇ ਵਿਖਾਉਂਦੀ ਹੈ, ਮਨੁੱਖ ਲਾਲਚ ਵਿੱਚ ਪੈ ਜਾਂਦਾ, ਇੱਕ ਤੋਂ ਅੱਗੇ ਬਹੁਤਾ, ਬਹੁਤੇ ਤੋਂ ਹੋਰ ਅੱਗੇ ਬਹੁਤਾ ਦੌੜਦਾ। ਆ ਛੋਟਾ ਜਿਹਾ ਸੁਪਨਾ ਮੈਨੂੰ ਮਿਲਿਆ, ਇਹ ਬੜਾ ਸੋਹਣਾ ਹੈ, ਜੇ ਮੈਂ ਥੋੜ੍ਹਾ ਜਿਹਾ ਦੌੜ ਕੇ ਅੱਗੇ ਹੋਰ ਜਾਵਾਂ, ਹੋਰ ਵੱਡਾ ਮਾਇਆ ਦਾ ਸੁਪਨਾ ਮਿਲੇਗਾ, ਹੋਰ ਆਨੰਦ ਆਵੇਗਾ। ਸਾਰੀ ਉਮਰ ਮਾਇਆ ਦੇ ਸੁਪਨੇ ਪੂਰੇ ਕਰਦਿਆਂ ਕਰਦਿਆਂ, ਦੌੜਦਿਆਂ ਦੌੜਦਿਆਂ ਉਮਰਾਂ ਵਿੱਚ ਲੱਗਾ ਰਹਿੰਦਾ। ਇੱਕ ਲਾਲਚੀ ਕੁੱਤੇ ਨੂੰ ਕਿਸੇ ਨੇ ਬੁਰਕੀ ਪਾ ਦਿੱਤੀ, ਰੋਟੀ ਪਾ ਦਿੱਤੀ। ਕੁੱਤੇ ਦੇ ਮਨ ਵਿੱਚ ਇਹ ਗੱਲ ਆਈ ਹੈ, ਇੱਥੇ ਬੈਠ ਕੇ ਖਾਵਾਂਗਾ, ਕੋਈ ਮੇਰੇ ਕੋਲੋਂ ਖੋਹ ਕੇ ਨਾ ਲੈ ਜਾਵੇ। ਰੋਟੀ ਦੀ ਬੁਰਕੀ ਮੂੰਹ ਵਿੱਚ ਪਾਈ ਹੈ ਤੇ ਥੋੜ੍ਹਾ ਜਿਹਾ ਦੂਰ ਜਾ ਕੇ ਖਾਣਾ ਚਾਹੁੰਦਾ। ਰਸਤੇ ਵਿੱਚ ਨਦੀ ਪੈਂਦੀ ਹੈ, ਨਦੀ ਪਾਰ ਕਰਨ ਲੱਗਾ ਤੇ ਪਾਣੀ ਦੇ ਪਰਛਾਵਾਂ ਵਿੱਚ ਆਪਣਾ ਵੇਖਦਾ। ਪਾਣੀ ਵਿੱਚ ਆਪਣਾ ਪਰਛਾਵਾਂ ਦੇਖ ਕੇ ਸੋਚਦਾ ਪਿਆ ਇੱਕ ਹੋਰ ਕੁੱਤਾ ਹੈ ਮੇਰੇ ਵਰਗਾ, ਜਿਹਦੇ ਮੂੰਹ ਵਿੱਚ ਇੱਕ ਹੋਰ ਰੋਟੀ ਹੈ। ਮੈਂ ਕਿਉਂ ਨਾ ਹੋਵੇ ਇਹਨੂੰ ਡਰਾ ਕੇ ਤੇ ਇਹਦੀ ਰੋਟੀ ਵੀ ਖੋਹ ਲਵਾਂ, ਦੋ ਜਾਣਗੀਆਂ ਮੈਂ ਰੱਜ ਜਾਵਾਂਗਾ। ਪਾਣੀ ਦੇ ਪਰਛਾਵੇਂ ਵਾਲੇ ਕੁੱਤੇ ਨੂੰ ਡਰਾਉਣ ਵਾਸਤੇ ਜਦੋਂ ਭੌਂਕਿਆ, ਮੂੰਹ ਖੋਲ੍ਹਿਆ, ਜਿਹੜੀ ਆਪਣੇ ਮੂੰਹ ਵਿੱਚ ਉਹ ਵੀ ਪਾਣੀ ਵਿੱਚ ਡਿੱਗ ਪਈ। ਦੂਜੇ ਦੀ ਕੀ ਮਿਲਣੀ ਹੈ, ਆਪਣੀ ਵੀ ਗਵਾ ਬੈਠਾ ਹੈ। ਇਹ ਮਾਇਆ ਦਾ ਸੁਪਨਾ ਹੈ, ਇਹ ਮਾਇਆ ਦਾ ਲਾਲਚ ਹੈ। ਜਿੰਨੀ ਮੇਰੇ ਕੋਲ ਹੈ ਉਹ ਥੋੜ੍ਹੀ ਹੈ, ਜੇ ਮੈਂ ਦੂਜੇ ਦੀ ਵੀ ਲੈ ਲਵਾਂ ਮੇਰੇ ਕੋਲ ਡਬਲ ਹੋ ਜਾਏਗੀ, ਬਹੁਤੀ ਹੋ ਜਾਏਗੀ। ਤੇ ਦੂਜੇ ਦੀ ਲੈਣ ਵਾਸਤੇ ਫਿਰ ਕਈ ਤਰ੍ਹਾਂ ਦੇ ਪਾਪ ਕਰਮ ਕਰਦਾ ਹੈ। ਉਹ ਪਾਪ ਕਰਮ ਇਹੋ ਜਿਹੇ ਹੁੰਦੇ, ਦੂਜੇ ਦੀ ਤੇ ਪ੍ਰਾਪਤ ਹੋਣੀ ਹੈ ਕਿ ਪਤਾ ਨਹੀਂ ਹੋਣੀ ਹੈ, ਆਪਣੀ ਵੀ ਗਵਾ ਬੈਠਦਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸੁੰਦਰ ਮਾਇਆ ਧਰੋਹ, ਇਹ ਜਿਹੜੀ ਮਾਇਆ ਹੈ ਬੜੀ ਸੋਹਣੀ ਹੈ। ਜਿਹੜੇ ਨਾਮ ਤੋਂ ਹੀਣੇ ਨੇ, ਨਾਨਕ ਨਾਮ ਵਿਹੂਣਿਆ, ਜਿਹੜੇ ਨਾਮ ਤੋਂ ਖਾਲੀ ਨੇ, ਇਹ ਮਾਇਆ ਛਲ ਵੀ ਉਹਨਾਂ ਦੇ ਨਾਲ ਹੀ ਕਰਦੀ ਹੈ, ਛਲ ਜਾਂਦੀ ਹੈ, ਠੱਗ ਜਾਂਦੀ ਹੈ। ਜਿਹੜੇ ਨਾਮ ਦੇ ਨਾਲ ਜੁੜੇ ਨੇ ਉਹਨਾਂ ਨੂੰ ਠੱਗ ਨਹੀਂ ਸਕਦੀ ਹੈ। ਭਗਤ ਕਬੀਰ ਸਾਹਿਬ ਦੇ ਕੋਲ ਆ ਗਈ ਨਾ, ਕਹਿਣ ਲੱਗੇ ਕਬੀਰ ਸਾਹਿਬ ਜਿੱਥੇ ਕੱਪੜਾ ਬੁਣਦੇ ਸਨ ਉਹ ਖੱਡੀ ਵੀ ਸੋਨੇ ਦੀ ਬਣਾ ਦਿੱਤੀ, ਤਾਰਾਂ ਵੀ ਸੋਨੇ ਦੀਆਂ ਬਣ ਗਈਆਂ, ਉਹ ਯਾਰ ਵੀ ਸੋਨੇ ਦੇ ਬਣ ਗਏ, ਸਾਰਾ ਕੁਝ ਸੋਨੇ ਦਾ ਹੀ ਕਰ ਦਿੱਤਾ। ਠੱਗਣ ਵਾਸਤੇ, ਛਲਣ ਵਾਸਤੇ ਆਈ ਹੈ। ਕਬੀਰ ਸਾਹਿਬ ਜੀ ਸਮਝ ਗਿਆ ਵੀ ਇਹ ਮਾਇਆ ਛਲ ਕਰਦੀ ਪਈ ਹੈ, ਦਬਕਾ ਕੇ, ਡਰਾ ਕੇ, ਸਜ਼ਾ ਦੇ ਕੇ ਪਿੱਛੇ ਮੋੜਿਆ। ਨਾਮ ਜਪਣ ਵਾਲਿਆਂ ਨੂੰ ਛਲ ਨਹੀਂ ਸਕਦੀ ਹੈ, ਛਲਣਾ ਚਾਹੁੰਦੀ ਹੈ ਪਰ ਛਲੇ ਨਹੀਂ ਜਾਂਦੇ। ਨਾ ਹੋਏ ਮਰੇ ਨ ਠਾਗੇ ਜਾਹੇ, ਜਿਨ ਕਹਿ ਰਾਮ ਵਸੈ ਮਨ ਮਾਹੇ।
ਪਰ ਜਿਹੜੇ ਗੁਰਮੁਖੋ ਦੁਨਿਆਵੀ ਲੋਕ ਨੇ ਨਾ, ਸੰਸਾਰੀ ਲੋਕ, ਉਹ ਠੱਗੇ ਜਾਂਦੇ, ਛੇਤੀ ਇਹਦੇ ਵਿੱਚ ਆ ਜਾਂਦਾ। ਨਾਨਕ ਨਾਮ ਵਿਹੂਣੀਆਂ, ਜਿਹੜੇ ਨਾਮ ਤੋਂ ਵਿਹੂਣੀਆਂ ਖਾਲੀ ਨੇ, ਸੁੰਦਰ ਮਾਇਆ ਧੋ, ਇਹ ਸੋਹਣੀ ਮਾਇਆ ਫਿਰ ਸੋਹਣਾ ਜਿਹਾ ਧੋਖਾ ਉਹਨਾਂ ਨਾਲ ਕਰ ਜਾਂਦੀ ਹੈ, ਬਾਅਦ ਵਿੱਚ ਪਛਤਾਵਾ ਰਹਿ ਜਾਂਦਾ ਹੈ। ਐਸੀ ਹਾਲਤ ਹੁੰਦੀ ਹੈ। ਪੌੜੇ ਸੁਪਨੇ ਸੇਤੀ ਚਿੱਤ ਮੂਰਖ ਲਾਇਆ। ਪਾਤਸ਼ਾਹ ਕਹਿਣ ਲੱਗੇ, ਇਸ ਮੂਰਖ ਜੀਵ ਨੇ ਸੁਪਨੇ ਵੱਤ ਜਿਹੜੀ ਮਾਇਆ ਹੈ ਇਹਦੇ ਨਾਲ ਚਿੱਤ ਲਾ ਛੱਡਿਆ। ਮਾਇਆ ਮਨੋ ਨਾ ਵੀਸਰੈ, ਮੰਗੈ ਦਮਾ ਦਮ। ਸਵੇਰੇ ਉੱਠਿਆ ਹੈ, ਅੱਜ ਮੈਂ ਆਹ ਕੰਮ ਕਰਕੇ ਕਮਾਈ ਕਰਨੀ ਹੈ, ਦੁਪਹਿਰ ਪਈ ਹੈ, ਹੁਣ ਸੜਦਾ ਪਿਆ, ਮੈਨੂੰ ਮਿਲਿਆ ਕਿਉਂ ਨਹੀਂ ਹੈ, ਮਿਲਣਾ ਚਾਹੀਦਾ ਸੀ। ਜਾਗਤ ਪਖਲਾਇਆ, ਮਹਾਰਾਜ ਕਹਿਣ ਲੱਗੇ, ਜਾਗਦਾ ਹੋਇਆ ਜਿਹੜਾ ਪਦਾਰਥ ਨਹੀਂ ਮਿਲਿਆ ਉਸ ਨੂੰ ਲੈਣ ਵਾਸਤੇ, ਲੱਭਣ ਵਾਸਤੇ ਪਖਲਾਇਆ। ਕਹੀਏ ਤ੍ਰਿਸ਼ਨਾ ਦੀ ਅੱਗ ਵਿੱਚ ਤਪਦਾ ਹੈ, ਤ੍ਰਿਸ਼ਨਾ ਵਿੱਚ ਸੜਦਾ ਪਿਆ ਹੈ, ਐਸੀ ਇਹਦੀ ਹਾਲਤ ਹੋ ਜਾਂਦੀ ਹੈ। ਆਰਜਾ ਗਏ ਵਿਹਾਏ ਧੰਦੇ ਧਾਇਆ। ਮਹਾਰਾਜ ਕਹਿਣ ਲੱਗੇ, ਧੰਦਿਆਂ ਵਿੱਚ ਲੱਗਿਆ ਹੋਇਆ, ਕੰਮ ਵਿੱਚ ਲੱਗਿਆ ਹੋਇਆ, ਪਤਾ ਹੀ ਨਹੀਂ ਲੱਗਾ ਉਮਰਾਂ ਕਦੋਂ ਪੂਰੀ ਹੋ ਗਈ ਹੈ। ਕੁਝ ਸਮਾਂ ਪੜ੍ਹਾਈ ਕਰਦਿਆਂ ਲੰਘ ਗਈ, ਉਮਰਾਂ ਲੰਘ ਗਈ ਹੈ, ਪਰ ਉਦੋਂ ਮਨ ਵਿੱਚ ਇਹ ਸੀ ਮੈਂ ਪੜ੍ਹਾਂਗਾ, ਕਿਸੇ ਚੰਗੀ ਨੌਕਰੀ ਤੇ ਲੱਗ ਜਾਵਾਂਗਾ। ਇਸ ਲਾਲਚ ਵਿੱਚ ਪੈ ਕੇ ਪੜ੍ਹਦਿਆਂ ਪੜ੍ਹਦਿਆਂ ਸਰੀਰ ਦੀ ਇੱਕ ਹਿੱਸਾ ਉਮਰਾਂ ਜਿਹੜੀ ਹੈ ਲੰਘ ਗਈ ਹੈ। ਪੜ੍ਹਾਈ ਕਰਨ ਤੋਂ ਬਾਅਦ ਵਿੱਚ ਸੋਚਦਾ ਉਹ ਨੌਕਰੀ ਮਿਲ ਜਾਵੇ, ਨੌਕਰੀ ਮਿਲ ਗਈ ਹੈ, ਨੌਕਰੀ ਤੇ ਲੱਗ ਗਿਆ, ਬੜੀਆਂ ਖੁਸ਼ੀਆਂ ਮਨਾਈਆਂ, ਬੜੀਆਂ ਵਧਾਈਆਂ ਮਿਲੀਆਂ। ਨੌਕਰੀ ਕਰਦਿਆਂ ਕਰਦਿਆਂ ਕਾਲੀ ਦਾੜੀ ਤੋਂ ਚਿੱਟੀ ਹੋ ਗਈ ਹੈ, ਕਾਲੇ ਕੇਸਾਂ ਤੋਂ ਚਿੱਟੇ ਹੋ ਗਏ। ਅੱਜ ਉਹ ਵੀ ਦਿਨ ਆ ਗਿਆ ਜਦੋਂ ਨੌਕਰੀ ਤੋਂ ਸੇਵਾ ਮੁਕਤ ਹੋ ਗਿਆ। ਇੱਕ ਹਿੱਸਾ ਉਮਰਾਂ ਦਾ ਨੌਕਰੀ ਕਰਦਿਆਂ ਉਹ ਵੀ ਬਤੀਤ ਹੋ ਗਿਆ। ਤੇ ਪਾਤਸ਼ਾਹ ਕਹਿਣ ਲੱਗੇ, ਨੌਕਰੀ ਤੋਂ ਮੁਕਤ ਹੋਇਆ, ਇੱਕ ਹਿੱਸਾ ਰਹਿ ਗਿਆ। ਉਹ ਪੁੱਤਰ ਧੀਆਂ ਦੇ ਨਾਲ ਲਾਡ ਕਰਦਿਆਂ, ਉਹਨਾਂ ਵਾਸਤੇ ਘਰ-ਬਾਰ ਬਣਾਉਂਦਿਆਂ, ਉਹਨਾਂ ਦੇ ਦੁੱਖ ਸੁੱਖ ਨੂੰ ਵੇਖਦਿਆਂ ਉਹ ਵੀ ਉਮਰਾਂ ਦਾ ਹਿੱਸਾ ਲੰਘ ਗਿਆ। ਵੇਖਦਿਆਂ ਵੇਖਦਿਆਂ ਸਾਰੀ ਉਮਰਾਂ ਹੀ ਹੱਥੋਂ ਨਿਕਲ ਗਈ ਹੈ। ਆਰਜਾ ਗਈ ਵਿਹਾਏ ਧੰਦਾ ਧਾਇਆ, ਧੰਦਿਆਂ ਵਿੱਚ ਧਾਇਆ। ਕਹੀਏ ਦੌੜਦਿਆਂ ਦੌੜਦਿਆਂ ਆ ਵੀ ਕੰਮ ਕਰ ਲਵਾਂ, ਆ ਵੀ ਕੰਮ ਬਣਾ ਲਵਾਂ, ਧੰਦਿਆਂ ਵਿੱਚ ਦੌੜਿਆ।
ਦਿਨ ਰਾਤ ਭੱਜਾ ਫਿਰਦਾ, ਕੋਈ ਸੜਕਾਂ ਤੇ ਦੌੜਿਆ ਫਿਰਦਾ ਹੈ, ਕੋਈ ਰੇਲ ਗੱਡੀ ਵਿੱਚ ਚੜ੍ਹ ਕੇ ਭੱਜ ਹੁਣ ਸਮਾਂ ਐਸਾ ਆ ਗਿਆ, ਐਨਕਾਂ ਲੱਗ ਗਈਆਂ, ਕੰਨਾਂ ਤੋਂ ਸੁਣਦਾ ਨਹੀਂ, ਮਸ਼ੀਨਾਂ ਲੱਗ ਗਈਆਂ, ਪੈਰਾਂ ਤੋਂ ਤੁਰਿਆ ਨਹੀਂ ਜਾਂਦਾ, ਖੁੰਡੀ ਫੜ ਲਈ ਹੈ। ਕੱਲਾ ਬੈਠਾ ਸੋਚਦਾ ਹੈ, ਕੱਲ ਦੀ ਗੱਲ ਹੈ ਜਦੋਂ ਮੈਂ ਆਪਣੇ ਹਾਣੀਆਂ ਨਾਲ ਪੜ੍ਹਦਾ ਹੁੰਦਾ ਸੀ, ਕੱਲ ਦੀ ਗੱਲ ਹੈ ਜਦੋਂ ਮੈਂ ਆਪਣੇ ਨਾਲ ਦੇ ਸਹਿਪਾਠੀਆਂ ਦੇ ਨਾਲ ਨੌਕਰੀ ਕਰਦਾ ਸੀ। ਸਾਰੀ ਉਮਰਾਂ ਲੰਘਣ ਤੋਂ ਮਗਰੋਂ ਜ਼ਿੰਦਗੀ ਦੇ ਉਹ ਪਲ ਯਾਦ ਆਉਂਦੇ, ਫਿਰ ਉਹਨਾਂ ਨੂੰ ਕੱਲ੍ਹ ਦੀ ਗੱਲ ਦੱਸਦਾ ਵੀ ਉਹ ਕੱਲ੍ਹ ਇਹ ਸਾਰੇ ਮੈਂ ਆਨੰਦ ਮਾਣੇ, ਅੱਜ ਮੈਂ ਬਜ਼ੁਰਗ ਹੋ ਗਿਆ, ਬੁੱਢਾ ਹੋ ਗਿਆ, ਅੱਜ ਮੈਂ ਕੁਝ ਕਰਨ ਜੋਗਾ ਨਹੀਂ ਰਿਹਾ। ਮਹਾਰਾਜ ਕਹਿਣ ਲੱਗੇ, ਬਚਨ ਇਹ ਹੈ ਗੁਰਮੁਖਾ, ਆਰਜਾ ਗਈ ਵਿਹਾਏ, ਧੰਦੇ ਧਾਇਆ। ਧੰਦਿਆਂ ਵਿੱਚ ਦੌੜਦਿਆਂ ਦੌੜਦਿਆਂ ਸਾਰੀ ਉਮਰਾਂ ਲੰਘ ਗਈ, ਉਮਰਾਂ ਵੀ ਲੰਘ ਗਈ ਹੈ, ਧੰਦੇ ਵੀ ਪੂਰੇ ਨਹੀਂ ਹੋਏ ਹਨ। ਪੂਰਨ ਭੈ ਨਾ ਕਾਮ ਮੋਹਿਆ ਮਾਇਆ। ਅੱਜ ਕਹਿਣ ਲੱਗੇ, ਮਾਇਆ ਦੇ ਮੂੰਹ ਵਿੱਚ ਪਏ ਨੇ ਕੰਮ ਤੇ ਬੜੇ ਕੀਤੇ। ਅਸੀਂ ਜਦੋਂ ਤੋਂ ਜੰਮੇ ਹਾਂ, ਜਨਮ ਲਿਆ, ਉਦੋਂ ਤੋਂ ਕੰਮ ਕਰਦੇ ਪਏ ਹਾਂ। ਆਹ ਕੰਮ ਕਰ ਲਓ ਫਿਰ ਵਿਹਲੇ। ਪਰ ਜਿੰਨੇ ਸਾਲਾਂ ਦੇ ਅਸੀਂ ਹੋ ਗਏ ਆ ਨਾ, ਕੋਈ 50 ਸਾਲਾਂ ਦਾ, ਕੋਈ 40 ਸਾਲਾਂ ਦਾ, ਕੋਈ 80 ਸਾਲਾਂ ਦਾ, ਬਸ ਇਹ ਕਹਿਣ ਦੀ ਗੱਲ ਹੀ ਹੈ ਵੀ ਆਹ ਕੰਮ ਕਰਕੇ ਵਿਹਲੇ ਹੋ ਜਾਣਾ। ਵਿਹਲਾ ਕੋਈ ਨਹੀਂ ਹੋਇਆ ਜ਼ਿੰਦਗੀ ਦੇ ਵਿੱਚ। ਇੱਕ ਕੰਮ ਨੂੰ ਨਿਪਟਾਇਆ ਜਾਂਦਾ, ਦੂਜਾ ਖੜਾ ਹੋ ਜਾਂਦਾ, ਦੂਜੇ ਨੂੰ ਕਰਦਾ ਫਿਰ ਤੀਜਾ ਖੜਾ ਹੋ ਜਾਂਦਾ ਹੈ। ਮਹਾਰਾਜ ਕਹਿਣ ਲੱਗੇ, ਪੂਰਨ ਭੈ ਨਾ ਕਾਮ, ਦੁਨੀਆ ਦਾ ਕੰਮ ਪੂਰਾ ਕਰ ਹੀ ਨਹੀਂ ਸਕਿਆ। ਕਿਨਹੀ ਨਾ ਕੀਏ ਮਾਇਆ ਕਾਜ ਪੂਰੇ। ਕੋਈ ਵੀ ਬੰਦਾ ਆਪ ਪੂਰਾ ਹੋ ਜਾਂਦਾ ਹੈ, ਆਪ ਦੁਨੀਆ ਤੋਂ ਚਲੇ ਜਾਂਦਾ, ਪਰ ਕੰਮ ਨਹੀਂ ਪੂਰੇ ਕਰ ਪਾਉਂਦਾ, ਕੰਮ ਅਧੂਰੇ ਰਹਿ ਜਾਂਦੇ। ਉਹਨਾਂ ਕੰਮਾਂ ਦੇ ਵਾਸਤੇ ਫਿਰ ਅੱਗੇ ਪੁੱਤਰ ਦੌੜਦੇ, ਬਾਪੂ ਆਹ ਕੰਮ ਛੱਡ ਗਿਆ, ਪੂਰਾ ਕਰਨਾ ਹੈ, ਆਹ ਕੰਮ ਵਿੱਚ ਰਹਿ ਗਿਆ, ਇਹ ਵੀ ਪੂਰਾ ਕਰਨਾ ਹੈ। ਮਹਾਰਾਜ ਕਹਿਣ ਲੱਗੇ, ਮਾਇਆ ਦਾ ਮੋਹਿਆ ਹੋਇਆ ਦੌੜਿਆ ਤੇ ਦਿਨੇ ਰਾਤ ਹੈ, ਪਰ ਆਪਣੇ ਕੰਮ ਪੂਰੇ ਨਹੀਂ ਕਰ ਸਕਿਆ। ਕੰਮ ਪੂਰੇ ਹੋਏ ਹੀ ਨਹੀਂ, ਕਿਉਂਕਿ ਕੰਮ ਪੂਰੇ ਹੁੰਦੇ ਹੀ ਨਹੀਂ, ਮਨੁੱਖ ਪੂਰਾ ਹੋ ਜਾਂਦਾ। ਛੋਟੇ ਹੁੰਦਿਆਂ ਮਾਂ ਬਾਪ ਨੇ ਆਖਿਆ ਪੜ੍ਹਾਈ ਕਰ ਲਓ ਫਿਰ ਵਿਹਲੇ ਹੋ। ਪੜ੍ਹਾਈ ਕਰਨ ਤੋਂ ਮਗਰੋਂ ਕੀ ਵਿਹਲੇ ਰਹਿ ਨਹੀਂ ਰਹਿ। ਨੌਕਰੀ ਲੱਗ ਗਈ, ਜ਼ਿੰਮੇਵਾਰੀਆਂ ਪੈ ਗਈਆਂ, ਆਹ ਜ਼ਿੰਮੇਵਾਰੀ ਨਿਬੇੜ ਲਵਾਂ ਫਿਰ ਮੈਂ ਵਿਹਲਾ ਹੋ ਜਾਵਾਂਗਾ। ਨੌਕਰੀ ਕਰਦਿਆਂ ਕਰਦਿਆਂ ਨੌਕਰੀ ਤੋਂ ਵੀ ਵਿਹਲਾ ਹੋ ਗਿਆ, ਪਰ ਜ਼ਿੰਮੇਵਾਰੀਆਂ ਅਜੇ ਨਹੀਂ ਮੁੱਕੀਆਂ। ਹੁਣ ਪੁੱਤਰ ਧੀਆਂ ਵਿਆਹ ਲਵਾਂ ਫਿਰ ਮੈਂ ਵਿਹਲਾ ਹੋ ਜਾਵਾਂਗਾ। ਪੁੱਤਰ ਧੀਆਂ ਵੀ ਵਿਆਹ ਲੈ, ਵਿਹਲਾ ਤੇ ਫਿਰ ਵੀ ਨਹੀਂ ਹੋਇਆ। ਫਿਰ ਅਗਲੇ ਵਧੇ ਪਰਿਵਾਰ ਦਾ ਮੋਹ ਪੈ ਗਿਆ, ਹੁਣ ਇਹਨਾਂ ਵਾਸਤੇ ਕੁਝ ਕਰ ਲਵਾਂ। ਮਹਾਰਾਜ ਕਹਿਣ ਲੱਗੇ, ਮਾਇਆ ਦਾ ਮੋਹ ਹੀ ਇਹੋ ਜਿਹਾ ਹੈ, ਸੰਬੰਧੀਆਂ ਦਾ ਮੋਹ ਹੀ ਇਹੋ ਜਿਹਾ ਹੈ, ਰਿਸ਼ਤੇਦਾਰ ਪਰਿਵਾਰ ਦਾ ਮੋਹ ਹੀ ਇਹੋ ਜਿਹਾ ਹੈ। ਪੂਰਨ ਭੈ ਨਾ ਕਾਮ, ਕੰਮ ਕੋਈ ਪੂਰਾ ਹੋਇਆ ਹੀ ਨਹੀਂ, ਕੰਮ ਨਹੀਂ ਪੂਰਾ ਹੋਇਆ। ਆਪ ਪੂਰਾ ਹੋ ਕੇ ਦੁਨੀਆ ਤੋਂ ਚਲੇ ਗਿਆ ਹੈ। ਕਿਆ ਵਿਚਾਰਾ ਜੰਤ ਜਾਂ ਆਪ ਭੁਲਾਇਆ। ਨੇ ਬੇਨਤੀ ਕੀਤੀ, ਮਹਾਰਾਜ ਜੀ ਇਹ ਜੰਤ ਵਿਚਾਰਾ ਜੀਵ ਭੁੱਲਿਆ ਹੋਇਆ ਹੈ, ਇਹਨੂੰ ਕਿਵੇਂ ਰਸਤਾ ਮਿਲ ਸਕਦਾ ਹੈ, ਭੁੱਲਿਆ ਕਿਉਂ ਹੈ? ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਨਹੀਂ ਭਾਈ, ਜਾਂ ਆਪ ਭੁਲਾਇਆ, ਇਹਨੂੰ ਭੁਲਾਇਆ ਹੀ ਪਰਮਾਤਮਾ ਨੇ। ਪਰਮਾਤਮਾ ਨੇ ਇਸ ਜੀਵ ਨੂੰ ਆਪ ਭੁਲਾਇਆ ਹੋਇਆ, ਜੇ ਉਹ ਨਾ ਭੁਲਾਵੇ ਤੇ ਭੁੱਲੇ ਕਿਉਂ? ਪਰਮਾਤਮਾ ਨੇ ਆਪ ਭੁਲਾਇਆ ਹੈ। ਕਿਆ ਵਿਚਾਰਾ ਜਨ, ਤੇ ਵਿਚਾਰਾ ਜੀਵ ਕੀ ਹੈ ਜਿਹੜਾ ਉਹਨੂੰ ਭੁੱਲ ਜਾਵੇ? ਇਹ ਜੀਵ ਕੀ ਹੈ ਜਿਹੜਾ ਉਹਨੂੰ ਯਾਦ ਕਰ ਸਕੇ? ਨਾ ਇਹ ਮਰਜ਼ੀ ਨਾਲ ਯਾਦ ਕਰ ਪਾਏਗਾ, ਨਾ ਇਹ ਆਪਣੀ ਮਰਜ਼ੀ ਨਾਲ ਭੁੱਲ ਪਾਏਗਾ। ਜੇ ਭੁੱਲਦਾ ਹੈ ਪਰਮਾਤਮਾ ਨੇ ਭੁਲਾਇਆ ਹੈ, ਜੇ ਯਾਦ ਕਰਦਾ ਹੈ ਤੇ ਉਹਨੇ ਯਾਦ ਕਰਵਾਇਆ। ਆਪ ਗਾਵਾਏ ਸੋ ਹਰ ਗੁਣ ਗਾਓ। ਜੇ ਅਸੀਂ ਪਾਠ ਕੀਤਾ ਨਾ, ਨਿਤਨੇਮ ਕੀਤਾ ਉੱਠ ਕੇ ਸਵੇਰੇ, ਸਾਡੇ ਕੋਲੋਂ ਉਹਨੇ ਕਰਵਾਇਆ। ਆਪ ਗਾਵਾਏ, ਜੇ ਆਪ ਸਾਡੇ ਤੋਂ ਗਵਾਉਣਾ ਚਾਹੇ, ਬੁਲਾਉਣਾ ਚਾਹੇ, ਤਾਂ ਹਰ ਗੁਣ ਗਾਓ, ਤਾਂ ਉਹਦੇ ਗੁਣ ਗਾਏ ਜਾ ਸਕਦੇ। ਆਪ ਜਪਾਏ ਜਪੈ ਸੋ ਨਾਓ, ਜੇ ਉਹ ਆਪ ਜਪਾਵੇ ਵੀ ਚੱਲ ਭਾਈ ਤਗੜਾ ਹੋ,
ਜਪ ਮੈਂ ਤੈਨੂੰ ਉਦਮ ਦਿੰਦਾ, ਤੈਨੂੰ ਬਲ ਦਿੰਦਾ, ਤੈਨੂੰ ਸਮਾਂ ਦਿੰਦਾ। ਉਹਦੇ ਨਾਮ ਨੂੰ ਜਪਿਆ ਤਾਂ ਜਾ ਸਕਦਾ। ਆਪ ਜਪਾਏ ਜਪੈ ਸੋ ਨਾਓ, ਆਪ ਗਾਵਾਏ ਸੋ ਹਰ ਗੁਣ ਗਾਓ। ਇਹ ਮਹਾਰਾਜ ਦੇ ਬਚਨ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਿਆ ਵਿਚਾਰਾ ਜੰਤ ਜਾਂ ਆਪ ਭੁਲਾਇਆ। ਜਦੋਂ ਰੱਬ ਨੇ ਭੁਲਾ ਹੀ ਆਪ ਦਿੱਤਾ ਤੇ ਜੀਵ ਵਿਚਾਰਾ ਕੀ ਹੈ, ਇਹਨੇ ਤੇ ਫਿਰ ਭੁੱਲ ਹੀ ਜਾਣਾ ਹੈ। ਇਸ ਕਰਕੇ ਹੈ ਪ੍ਰਮਾਤਮਾ ਕਿਰਪਾ ਕਰ ਇਸ ਜੀਵ ਨੂੰ ਨਾਮ ਜਪਣ ਦੀ ਸਮਰੱਥਾ ਦੇ, ਆਪ ਜਪਾ ਤਾਂ ਕਿ ਜਪ ਸਕੇ। ਇਹ ਮਹਾਰਾਜ ਨੇ ਅੰਮ੍ਰਿਤ ਵੇਲੇ ਦਾ ਉਪਦੇਸ਼ ਬਖਸ਼ਿਆ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸੇ ਮਿਲਾ। ਪੂਰਨ ਭੈ ਨ ਕਾਮ ਮੋਹਿਆ ਮਾਇਆ, ਕਿਆ ਵਿਚਾਰਾ ਜੰਤ ਜਾਂ ਆਪ ਭੁਲਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।